ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਵਿੰਦ। ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੈਠੇ ਸਭਾ ਲਗਾਏ। ਦੂਰ ਦੇਸ਼ ਤੇ ਦਵੈ ਸਿੱਖ ਆਏ। ਤਹਿ ਕੀ ਸੰਗਤ ਲਿਖ ਅਰਦਾਸ ਪਹੁੰਚਾਈ ਸਤਿਗੁਰ ਕੇ ਪਾਸ। ਇੱਕ ਦਿਨ ਬੈਠੇ ਸਭਾ ਲਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤਸੰਗਤ ਕਰਨ ਵਾਸਤੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਵਿੱਚ ਆ ਕੇ ਨਿਵਾਸ ਕਰ ਰਹੇ ਹੈ। ਬੇਅੰਤ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੁੰਦੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਸਭਾ ਵਿੱਚ ਬੈਠੇ ਹੈ। ਜਿਵੇਂ ਦੂਰ ਦੇਸ਼ ਤੋਂ ਸਿੱਖ ਮਹਾਰਾਜ ਸਾਹਿਬ ਜੀ ਦੇ ਪਾਸ ਚੱਲ ਕੇ ਆਏ ਆ। ਆ ਕੇ ਜਿਸ ਪ੍ਰਕਾਰ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ, ਆਓ ਇਹ ਪਵਿੱਤਰ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਪ੍ਰੇਮ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੈਠੇ ਸਭਾ ਲਗਾਏ। ਇੱਕ ਦਿਨ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਭਾ ਸਜਾ ਕਰਕੇ ਬੈਠੇ ਹਨ। ਦੂਰ ਦੇਸ਼ ਤੇ ਦਵੈ ਸਿੱਖ ਆਏ। ਦੂਰ ਦੇਸ਼ ਤੋਂ ਦੋ ਸਿੱਖ ਚੱਲ ਕੇ ਆਏ ਮਹਾਰਾਜ ਜੀ ਦੇ ਹਜ਼ੂਰ। ਤਹਿ ਕੀ ਸੰਗਤ ਲਿਖ ਅਰਦਾਸ। ਜਿੱਥੋਂ ਸਿੱਖ ਆਏ ਹਨ ਉਥੋਂ ਦੀ ਸੰਗਤ ਨੇ ਅਰਦਾਸ ਬੇਨਤੀ ਲਿਖ ਕੇ ਇਹਨਾਂ ਸਿੱਖਾਂ ਰਾਹੀਂ ਭੇਜੀ ਹੈ। ਪਹੁੰਚਾਈ ਸਤਿਗੁਰ ਕੇ ਪਾਸ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲਿਖੀ ਹੋਈ ਅਰਦਾਸ ਬੇਨਤੀ ਇਹਨਾਂ ਸਿੱਖਾਂ ਰਾਹੀਂ ਪਹੁੰਚਾ ਦਿੱਤੀ ਹੈ। ਕੀਰਤਪੁਰ ਸਾਹਿਬ ਵਿੱਚ ਕਰ ਬੰਧਨ ਧਰ ਦੀਨ ਅਗਾਰੀ। ਜੋ ਦੋ ਸਿੱਖ ਆਏ ਹਨ ਉਹਨਾਂ ਨੇ ਮਹਾਰਾਜ ਸਾਹਿਬ ਜੀ ਦੇ ਪਾਸ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ
ਸੰਗਤ ਵੱਲੋਂ ਲਿਖ ਕੇ ਭੇਜੀ ਹੋਈ ਅਰਦਾਸ ਬੇਨਤੀ ਵਾਲੀ ਜੋ ਚਿੱਠੀ ਹੈ ਸਤਿਗੁਰੂ ਜੀ ਦੇ ਪਾਸ ਰੱਖੀ। ਖੋਲ ਸੋ ਪਠੀ ਹਕੀਕਤ ਸਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਵੱਲੋਂ ਭੇਜੀ ਹੋਈ ਚਿੱਠੀ ਖੋਲ੍ਹ ਕੇ ਪੜ੍ਹ ਕੇ ਤਿਨਾਂ ਵੱਲੋਂ ਜੋ ਬੇਨਤੀ ਵਿੱਚ ਕੀਤੀ ਹੈ ਉਹ ਸਭ ਹਕੀਕਤ ਮਹਾਰਾਜ ਜੀ ਨੇ ਜਾਣੀ ਹੈ। ਸ਼੍ਰੀ ਸਤਿਗੁਰ ਤੁਮ ਹੋ ਬਸ ਪ੍ਰੇਮ। ਇਸ ਪ੍ਰਕਾਰ ਸੰਗਤ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰੇਮ ਦੇ ਵਸੀਕਾਰ ਹੋਣ ਵਾਲੇ ਹੋ। ਪਹੁੰਚੋ ਸਿੱਖਨ ਢਿਗ ਦੇਹੋ ਛੇਮ। ਆਪ ਜੀ ਸਿੱਖਾਂ ਦੇ ਪਾਸ ਪਹੁੰਚ ਕੇ ਸਿੱਖਾਂ ਨੂੰ ਛੇਮ ਕਲਿਆਣ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋ। ਸਾਡੀ ਬੇਨਤੀ ਪ੍ਰਵਾਨ ਕਰੋ। ਸਾਡੇ ਪਾਸ ਆਪ ਜੀ ਕਿਰਪਾ ਕਰਕੇ ਪਹੁੰਚ ਕੇ ਸਾਨੂੰ ਮੁਕਤੀ ਕਲਿਆਣ ਲੋਕ ਪਰਲੋਕ ਦਾ ਸੁਖ ਬਖਸ਼ਿਸ਼ ਕਰੋ। ਇਹੋ ਸਭ ਦੇਸ਼ ਦਾਸ ਗੁਰ ਕੇਰਾ। ਇਹ ਸਾਰਾ ਦੇਸ਼ ਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਾ ਦਾਸ ਸੇਵਕ ਹੈ। ਚਾਹਤ ਹੈ ਇਤ ਦਰਸ਼ਨ ਹੇਰਾ। ਇੱਧਰ ਆਪ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ ਕਿ ਮਹਾਰਾਜ ਸਾਹਿਬ ਜੀ ਇੱਧਰ ਆਉਣ ਤੇ ਸਤਿਗੁਰੂ ਜੀ ਦੇ ਅਸੀਂ ਦਰਸ਼ਨ ਕਰ ਸਕੀਏ। ਆਪਣੋ ਘਰ ਪਾਵਨ ਕੋ ਕਰੈ। ਤੇ ਆਪਣੇ ਘਰ ਪਵਿੱਤਰ ਕਰ ਲੈਣਗੇ ਸਿੱਖ ਸੇਵਕ ਸਾਹਿਬ। ਰਾਵਰ ਕੇ ਪਾਵਨ ਜਬ ਪਰੈ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲ ਜਦੋਂ ਘਰਾਂ ਵਿੱਚ ਪੈਣਗੇ ਤਾਂ ਸਾਡੇ ਸਭ ਸਿੱਖਾਂ ਸੇਵਕਾਂ ਦੇ ਜੋ ਘਰ ਹਨ ਆਪ ਜੀ ਦੇ ਪਾਵਨ ਪਵਿੱਤਰ ਚਰਨ ਪੈਣ ਨਾਲ ਪਵਿੱਤਰ ਹੋ ਜਾਣਗੇ। ਸੁਨ ਸਤਿਗੁਰ ਸ਼੍ਰੀ ਮੁਖ ਮੁਸਕਾਏ। ਇਸ ਪ੍ਰਕਾਰ ਜੋ ਬੇਨਤੀ ਹੈ ਸੰਗਤ ਨੇ ਜੋ ਕੀਤੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿ ਸਰਵਣ ਕੀਤੀ ਹੈ ਸਿੱਖ ਨੇ ਚਿੱਠੀ ਖੋਲ੍ਹ ਕੇ ਪੜ੍ਹ ਕੇ ਮਹਾਰਾਜ ਸਾਹਿਬ ਨੂੰ ਸੰਗਤ ਵੱਲੋਂ ਕੀਤੀ ਹੋਈ ਬੇਨਤੀ ਸੁਣਾਈ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੁਭਾਏਮਾਨ ਮੁਖੜੇ ਤੋਂ ਮੁਸਕਰਾਏ ਹਨ। ਦੇਸ਼ ਦੂਰ ਬਹੁ ਕਿਤ ਕੋ ਜਾਏ। ਮੁਸਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਆਖਦੇ ਨੇ ਕਿ ਬਹੁਤ ਦੂਰ ਹੈ ਉਹ ਦੇਸ਼ ਇਲਾਕਾ ਹੈ, ਕਿੱਥੇ ਕੋਈ ਇਸ ਤਰ੍ਹਾਂ ਜਾਂਦਾ ਰਹੇ। ਅਸੀਂ ਕਿਸ ਪ੍ਰਕਾਰ ਉੱਥੇ ਜਾਣਾ ਹੈ ਸਮਾਂ ਕੱਢ ਕੇ ਉਚੇਚੇ ਤੌਰ 'ਤੇ ਉਹਨਾਂ ਕੋਲ। ਵਿਧੀ ਚੰਦ ਕੀ ਦਿਸ਼ਾ ਨਿਹਾਰਾ। ਸਤਿਗੁਰੂ ਮਹਾਰਾਜ ਸਾਹਿਬ ਨੇ ਚਿੱਤ ਵਿੱਚ ਵਿਚਾਰਿਆ ਕਿ ਕਿੱਥੇ ਹੁਣ ਉੱਥੇ ਜਾਂਦੇ ਰਹਾਂਗੇ, ਭਾਵ ਕਿ ਬਹੁਤ ਸਮਾਂ ਪਹਿਲਾਂ ਵਿਚਰ ਚੁੱਕੇ ਹਾਂ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਤਨਾ ਸਮਾਂ ਪਹਿਲਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਵੀ ਰਹੇ ਹੈ, ਮਾਲਵੇ ਦੀ ਧਰਤੀ 'ਤੇ ਵੀ ਵਿਚਰਦੇ ਰਹੇ ਹਨ। ਫਿਰ ਸਤਿਗੁਰੂ ਜੀ ਨਾਨਕ ਮਤਾ ਸਾਹਿਬ ਵਾਲੇ ਸਥਾਨ 'ਤੇ ਵੀ ਪਹੁੰਚੇ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਅਨੁਸਾਰ ਜਦੋਂ ਕਿ ਤੁਰਕਾਨੀ ਫੌਜਾਂ ਸ਼ਾਹਜਹਾਨ ਦੀਆਂ ਚੜ੍ਹ ਕੇ ਆਉਂਦੀਆਂ ਰਹੀਆਂ ਤਿਨਾਂ ਨਾਲ ਜੰਗ ਯੁੱਧ ਵੀ ਕੀਤੇ ਹੈ। ਚਾਰੇ ਜੰਗ ਸੰਪੂਰਨ ਕਰਕੇ ਫਿਰ ਸਤਿਗੁਰੂ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਣ ਕੇ ਸ਼ਾਂਤ ਚਿੱਤ ਹੋ ਕਰਕੇ ਟਿਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਠਹਿਰੇ ਨੇ। ਇਸ ਲਈ ਚਿੱਤ ਵਿੱਚ ਵਿਚਾਰਿਆ ਹੈ ਕਿ ਹੁਣ ਕਿਧਰੇ ਜਾਣ ਦਾ ਸਾਡਾ ਦੂਰ ਦਰਾਡੇ ਪਹੁੰਚਣ ਦਾ ਖਿਆਲ ਨਹੀਂ ਹੈ। ਇਸ ਲਈ ਇਸ ਪ੍ਰਕਾਰ ਵਿਚਾਰ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਵੱਲ ਦੇਖਿਆ। ਹਿਤ ਭੇਜਨ ਕੇ ਬਾਕ ਉਚਾਰਾ। ਭਾਈ ਬਿਧੀ ਚੰਦ ਜੀ ਨੂੰ ਉਸ ਤਰਫ ਜਿੱਥੋਂ ਸੰਗਤ ਨੇ ਬੇਨਤੀ ਲਿਖ ਭੇਜੀ ਹੈ ਭੇਜਣ ਵਾਸਤੇ ਸਤਿਗੁਰਾਂ ਨੇ ਬਚਨ ਉਚਾਰਨ ਕੀਤਾ। ਤੋਹਿ ਮੋਹਿ ਮੈਂ ਭੇਦ ਨ ਕੋਈ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਬਿਧੀ ਚੰਦ ਤੇਰੇ ਵਿੱਚ ਤੇ ਸਾਡੇ ਵਿੱਚ ਜਾਣ ਲੈ ਕਿ ਕੋਈ ਵੀ ਜੋ ਫਰਕ ਨਹੀਂ ਹੈ। ਜਿਵੇਂ ਜਿਹੜਾ ਸਿੱਖ ਸੇਵਕ ਬਹੁਤ ਪ੍ਰੇਮ ਨਾਲ ਗੁਰੂ ਕੀ ਸੇਵਾ ਕਰਦਾ ਹੈ, ਗੁਰੂ ਕਾ ਹੁਕਮ ਬਚਨ ਮੰਨ ਕੇ ਉਹ ਗੁਰੂ ਕਾ ਹੀ ਰੂਪ ਹੋ ਜਾਂਦਾ ਹੈ। ਇਸ ਪ੍ਰਕਾਰ ਤੂੰ ਵੀ ਸਾਡਾ ਹੀ ਰੂਪ ਹੋ ਗਿਆ ਹੈ। ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਹੁਣ ਅੰਤਰ ਨਹੀਂ ਰਿਹਾ।
ਪਹੁੰਚੋ ਤਹਾਂ ਸਿਦਕ ਲਿਹੋ ਜੋਈ। ਤੇ ਉਥੇ ਆਪ ਤੁਸੀਂ ਪਹੁੰਚ ਕੇ ਸਿੱਖ ਸੰਗਤਾਂ ਦੇ ਪਾਸ ਸੰਗਤਾਂ ਦਾ ਸਿਦਕ ਦੇਖ ਲੈਣਾ ਕਰਿਓ। ਸਭ ਸੰਗਤ ਕੋ ਦਰਸ਼ਨ ਦੀਜੈ। ਸਭ ਸੰਗਤਾਂ ਨੂੰ ਸਾਡੀ ਵੱਲੋਂ ਜਾ ਕੇ ਦਰਸ਼ਨ ਬਖਸ਼ਿਸ਼ ਕਰੋ। ਗੁਰ ਕੀ ਕਾਰ ਸੰਭਾਰ ਸੋ ਲੀਜੈ। ਗੁਰੂ ਘਰ ਦੀ ਕਾਰ ਭੇਟਾ ਸਭ ਸੰਗਤਾਂ ਦੇ ਕੋਲੋਂ ਸੰਭਾਲ ਲਿਓ। ਸੁਨ ਆਇਸ ਕੋ ਬਿਲਮ ਨ ਕਰੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਭਾਈ ਬਿਧੀ ਚੰਦ ਜੀ ਨੇ ਸੁਣੀ ਹੈ, ਤਾਂ ਸੁਣ ਕੇ ਕੋਈ ਵੀ ਦੇਰ ਕਰਨ ਦਾ ਖਿਆਲ ਨਹੀਂ ਕੀਤਾ। ਚਲਨ ਹੇਤ ਮਨਸਾ ਉਰ ਧਰੀ। ਮਨ ਵਿੱਚ ਇੱਛਾ ਕੀਤੀ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਕਮ ਕਰਦੇ ਹਨ, ਇਹ ਹੁਕਮ ਮੰਨਣਾ। ਇਸ ਪ੍ਰਕਾਰ ਜਾਣ ਵਾਸਤੇ ਖਿਆਲ ਕੀਤਾ ਵਚਨ ਮੰਨ ਕੇ। ਚਰਨ ਕਮਲ ਕੋ ਬੰਦਨ ਕਰਕੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਗਮਨਿਓ ਬਿਧੀ ਚੰਦ ਹਿਤ ਧਰ ਕੇ। ਭਾਈ ਬਿਧੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨਣ ਵਿੱਚ ਪ੍ਰੇਮ ਧਾਰਨ ਕਰਕੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਉਹਨਾਂ ਸਿੱਖਾਂ ਦੇ ਨਾਲ ਚੱਲ ਪਏ ਹਨ, ਜਿੱਥੋਂ ਉਹ ਸਿੱਖ ਆਏ ਹਨ ਸੰਗਤ ਦੀ ਬੇਨਤੀ ਕਰਨ ਵਾਸਤੇ। ਦੋਹਰਾ ਅਜ਼ਮਤ ਦੇ ਸ਼੍ਰੀ ਸਤਿਗੁਰੂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅਜ਼ਮਤ, ਕਰਾਮਾਤ, ਸ਼ਕਤੀ, ਸਮਰੱਥਾ ਬਖਸ਼ਿਸ਼ ਕੀਤੀ ਹੈ ਭਾਈ ਬਿਧੀ ਚੰਦ ਜੀ ਨੂੰ। ਵਿਦਿਆ ਦਿਓ ਪਠਾਏ। ਇਉਂ ਬਖਸ਼ਿਸ਼ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜਿਆ। ਸਤਨਾਮ ਸ਼੍ਰੀ ਮੰਤਰ ਜਪ। ਤੇ ਹੁਕਮ ਕੀਤਾ ਹੈ ਕਿ ਸਤਨਾਮ ਸੱਚੇ ਵਾਹਿਗੁਰੂ ਦੇ ਨਾਮ ਮੰਤਰ ਨੂੰ ਜਪਣਾ ਹੈ। ਪਹੁੰਚਿਓ ਮਗ ਸਹਸਾਏ। ਤੇ ਸ਼੍ਰੋਮਣੀ ਮੰਤਰ ਜਪਦਿਆਂ ਹੋਇਆਂ ਭਾਈ ਬਿਧੀ ਚੰਦ ਜੀ ਛੇਤੀ ਹੀ ਰਸਤੇ ਵਿੱਚ ਚੱਲ ਕਰਕੇ ਉਸ ਨਗਰ ਵੱਲ ਨੂੰ ਜਾ ਰਹੇ ਹਨ। ਚੌਪਈ ਪੂਰਬ ਦੱਖਣ ਸੰਧ ਜੇ ਹੈ। ਪੂਰਬਲੀ ਦਿਸ਼ਾ ਔਰ ਦੱਖਣ ਦੀ ਦਿਸ਼ਾ ਵਿਚਲੀ ਜੋ ਦਿਸ਼ਾ ਹੈ, ਭਾਵ ਕਿ ਜੋ ਨੈਰਤ ਕੋਣ ਹੈ। ਅਗਨ ਕੋਣ ਮਹਿ ਸੇ ਨਰ ਰਹੈ। ਸੋ ਅਗਨ ਕੋਣ ਹੈ, ਅਗਨ ਕੋਣ ਦੇ ਵਿੱਚ ਉਹ ਲੋਕ ਰਹਿਣਾ ਕਰਦੇ ਹਨ। ਤਿਤ ਕੋ ਅਜ਼ਮਤ ਕੋ ਕਰ ਜੋਰ। ਤੇ ਪੂਰਬ ਤੇ ਦੱਖਣ ਦੀ ਦਿਸ਼ਾ ਵਿਚਕਾਰਲੀ ਜੋ ਅਗਨ ਕੋਣ ਹੈ, ਉਸ ਤਰਫ ਭਾਈ ਬਿਧੀ ਚੰਦ ਜੀ ਚੱਲ ਕਰਕੇ ਗਏ ਨੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਜ਼ਮਤ, ਕਰਾਮਾਤ ਦਾ ਬਲ ਪ੍ਰਾਪਤ ਕਰਦਿਆਂ ਹੋਇਆਂ ਜਾਏ ਪਹੁੰਚਤ ਭਾ ਇੱਕ ਠੌਰ। ਤੇ ਇੱਕ ਥਾਂ ਤੇ ਫਿਰ ਰਸਤੇ ਵਿੱਚ ਜਦੋਂ ਪਹੁੰਚੇ ਹਨ। ਦਿਓ ਨਗਰ ਇੱਕ ਤਹਾਂ ਬਸੰਤਾ। ਦਿਓ ਨਾਮ ਦਾ ਨਗਰ, ਦਿਓ ਨਗਰ ਉੱਥੇ ਵਸਦਾ ਹੈ। ਸੁੰਦਰ ਸ਼ਾਹ ਫਕੀਰ ਰਹੰਤਾ। ਜਿੱਥੇ ਸੁੰਦਰ ਸ਼ਾਹ ਨਾਮ ਦਾ ਫਕੀਰ ਵੀ ਰਹਿੰਦਾ ਹੈ। ਤਹਾਂ ਸ਼ੁਸ਼ਕ ਤਰ ਹੇਰਨ ਕਰਿਓ। ਤੇ ਉਸ ਨਗਰ ਪਾਸ ਭਾਈ ਬਿਧੀ ਚੰਦ ਜੀ ਪਹੁੰਚੇ ਹਨ। ਨਗਰ ਤੋਂ ਨੇੜੇ ਹੀ ਇੱਕ ਸੁੱਕਾ ਦਰਖਤ ਵੇਖਿਆ ਭਾਈ ਸਾਹਿਬ ਜੀ ਨੇ। ਬੈਠ ਬਿਧੀ ਚੰਦ ਆਨੰਦ ਧਰਿਓ। ਉਸ ਸੁੱਕੇ ਹੋਏ ਰੁੱਖ ਦੇ ਪਾਸ ਆਨੰਦ ਸਹਿਤ ਭਾਈ ਬਿਧੀ ਚੰਦ ਜੀ ਬੈਠ ਗਏ ਹਨ। ਹਰਿਓ ਹੋਤ ਭਾ ਸੋ ਤਤਕਾਲਾ। ਤੇ ਜਦੋਂ ਸਤਿਗੁਰੂ ਜੀ ਦੇ ਸਿੱਖ ਇਹ ਭਾਈ ਬਿਧੀ ਚੰਦ ਸਾਹਿਬ ਜੀ ਸੁੱਕੇ ਰੁੱਖ ਪਾਸ ਬੈਠੇ ਹੈ, ਤਾਂ ਉਸੇ ਵਕਤ ਹੀ ਬਹਿੰਦਿਆਂ ਸਾਰ ਜਾਣੋ ਕਿ ਉਹ ਸੁੱਕਾ ਦਰਖਤ ਹਰਿਆ ਭਰਿਆ ਹੋ ਗਿਆ। ਪੁਰ ਜਨ ਪੇਖ ਅਚੰਭ ਵਿਸਾਲਾ। ਤੇ ਜਿਹੜੇ ਦਿਓ ਨਗਰ ਦੇ ਲੋਕ ਹੈ, ਉਹਨਾਂ ਨੂੰ ਜਦੋਂ ਪਤਾ ਲੱਗਿਆ ਹੈ ਤਾਂ ਉਹ ਦੇਖਣ ਵਾਸਤੇ ਆਏ ਆ। ਬਹੁਤ ਹੈਰਾਨ ਹੋਏ ਹਨ ਦੇਖ ਕੇ। ਆਏ ਸਭਨ ਸੇਵਾ ਬੜ ਕੀਨ। ਅਸਚਰਜ ਹੋਏ ਨੇ ਤੇ ਸਭਨਾਂ ਨੇ ਭਾਈ ਬਿਧੀ ਚੰਦ ਜੀ ਨੂੰ ਮਹਾਨ ਸ਼ਕਤੀਆਂ ਕਰਾਮਾਤਾਂ ਦੇ ਮਾਲਕ ਗੁਰੂ ਕੀ ਬਖਸ਼ਿਸ਼ ਵਾਲੇ ਜਾਣ ਕੇ ਨਮਸਕਾਰ ਕੀਤੀ ਹੈ। ਦੇਖਹਿ ਜਨ ਮਹਾਤਮਾ ਚੀਨ। ਤੇ ਬਹੁਤ ਹੀ ਸੇਵਾ ਕੀਤੀ ਹੈ। ਮਹਾਤਮਾ ਜਨ ਸਮਝ ਕਰਕੇ ਬਹੁਤ ਸਤਿਕਾਰ ਕਰਨ ਲੱਗ ਪਏ। ਸੁੰਦਰ ਸ਼ਾਹੋ ਬਸਹਿ ਤਹਿ ਕਾਨਨ। ਤੇ ਭਾਈ ਸੁੰਦਰ ਸ਼ਾਹ ਜੋ ਰਹਿੰਦਾ ਹੈ ਉਸੇ ਜੰਗਲ ਦੇ ਵਿੱਚ ਪਾਸ।
ਸੁਨਤ ਭਇਓ ਮਹਿਮਾ ਇਹੋ ਕਾਨਨ। ਸੋ ਭਾਈ ਬਿਧੀ ਚੰਦ ਜੀ ਦੀ ਮਹਿਮਾ ਆਪਣੇ ਕੰਨੀ ਸੁੰਦਰ ਸ਼ਾਹ ਫਕੀਰ ਨੇ ਸੁਣੀ ਹੈ, ਜੋ ਨੇੜੇ ਹੀ ਜੰਗਲ ਵਿੱਚ ਰਹਿੰਦਾ। ਮਹਾਂਪੁਰਖ ਇੱਕ ਆਵਨ ਕਰਿਓ। ਉਸ ਨੇ ਸੁਣਿਆ ਹੈ ਕਿ ਇੱਕ ਮਹਾਂਪੁਰਖ ਬਹੁਤ ਕਰਨੀ ਕਮਾਈ ਵਾਲੇ ਆਏ ਹਨ। ਬੈਠਤ ਸ਼ੁਸ਼ਕ ਬ੍ਰਿਛ ਪਾਹਰਿਓ। ਇਹ ਭਾਈ ਬਿਧੀ ਚੰਦ ਜੀ ਦਾ ਜਸ ਕਿਸੇ ਪਾਸੋਂ ਫਕੀਰ ਸੁੰਦਰ ਸ਼ਾਹ ਨੇ ਸੁਣਿਆ ਹੈ ਕਿ ਇੱਕ ਮਹਾਂਪੁਰਖ ਆਇਆ ਹੈ, ਬਹੁਤ ਵੱਡੀ ਸ਼ਕਤੀ ਕਰਾਮਾਤ ਦਾ ਮਾਲਕ ਹੈ। ਸੁੱਕੇ ਰੁੱਖ ਕੋਲ ਬੈਠਾ ਏ ਤਾਂ ਬਹਿੰਦਿਆਂ ਸਾਰ ਹੀ ਉਹ ਸੁੱਕਾ ਦਰਖਤ ਹਰਿਆ ਭਰਿਆ ਹੋ ਗਿਆ ਹੈ। ਬਿਸਮਤ ਹੋਏ ਹਿਰਨ ਕਹੋ ਚਾਹਾ। ਤੇ ਇਹ ਸੁਣ ਕੇ ਫਕੀਰ ਸੁੰਦਰ ਸ਼ਾਹ ਬਹੁਤ ਹੈਰਾਨ ਹੋਇਆ ਹੈ ਤੇ ਚਾਹੁੰਦਾ ਹੈ ਕਿ ਉਹ ਕਿਹੜਾ ਹੈ ਐਸਾ ਜੋ ਮਹਾਂਪੁਰਖ ਹੈ, ਬਹੁਤ ਸ਼ਕਤੀ ਹੈ ਜਿਸ ਵਿੱਚ, ਜਿਸ ਦੇ ਸੁੱਕੇ ਦਰਖਤ ਦੇ ਕੋਲ ਆਉਣ 'ਤੇ ਰੁੱਖ ਹਰਿਆ ਭਰਿਆ ਹੋ ਗਿਆ ਹੈ। ਉਸ ਦੇ ਜਾ ਕੇ ਮੈਂ ਦਰਸ਼ਨ ਕਰਾਂ। ਕਿ ਹਰ ਏਕ ਹਕਾਰਿਓ ਪਾਹਾ। ਤੇ ਇਸ ਲਈ ਉਸ ਨੇ ਦੇਖਣਾ ਚਾਹਿਆ ਹੈ ਕਿ ਕਿਹੜਾ ਹੈ ਐਸਾ ਕੋਈ ਮਹਾਤਮਾ। ਇਸ ਵਾਸਤੇ ਇਹ ਫਕੀਰ ਨੇ ਸੋਚਿਆ ਹੈ ਕਿ ਉਸ ਨੂੰ ਮੈਂ ਕੋਈ ਨਾ ਕੋਈ ਯਤਨ ਕਰਕੇ ਡਰਾਵਾਂ ਕਿਸੇ ਪ੍ਰਕਾਰ, ਜਿਸ ਕਰਕੇ ਲੋਕਾਂ ਵਿੱਚ ਮੇਰਾ ਹੀ ਬਹੁਤਾ ਜਸ ਹੋਵੇਗਾ ਅਤੇ ਲੋਕ ਆਖਣਗੇ ਕਿ ਉਸ ਨਾਲੋਂ ਇਹ ਤਾਂ ਬਹੁਤੀ ਕਰਾਮਾਤ ਵਾਲਾ ਜ਼ਾਹਰਾ ਪੀਰ ਹੈ। ਇਸ ਲਈ ਇਸ ਫਕੀਰ ਨੇ ਆਪਣੇ ਪਾਸ ਜੰਗਲ ਵਿੱਚੋਂ ਇੱਕ ਸ਼ੇਰ ਨੂੰ ਕੋਲ ਬੁਲਾਇਆ ਹੈ। ਹੋਏ ਅਰੂਢ ਵਿਧੀਏ ਢਿੱਗ ਆਇਓ। ਤੇ ਆਪਣੀ ਸ਼ਕਤੀ ਨਾਲ ਸ਼ੇਰ ਨੂੰ ਆਪਣੇ ਵੱਸ ਵਿੱਚ ਕਰਕੇ, ਸ਼ੇਰ ਦੀ ਸਵਾਰੀ ਕਰਕੇ ਫਕੀਰ ਸੁੰਦਰ ਸ਼ਾਹ ਭਾਈ ਬਿਧੀ ਚੰਦ ਜੀ ਦੇ ਪਾਸ ਆ ਰਿਹਾ ਹੈ। ਆਪਨ ਸ਼ੇਰ ਤੇ ਚਹਿਤ ਡਰਾਇਓ। ਤੇ ਆਪਣੇ ਸ਼ੇਰ ਤੋਂ ਭਾਈ ਬਿਧੀ ਚੰਦ ਜੀ ਨੂੰ ਡਰਾਉਣਾ ਚਾਹੁੰਦਾ ਹੈ। ਹੁਤੀ ਨਰਨ ਕੀ ਭੀਰ ਵਡੇਰੇ। ਭਾਈ ਬਿਧੀ ਚੰਦ ਜੀ ਦੇ ਪਾਸ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਹੋਈ ਸੀ, ਦਰਸ਼ਨ ਕਰਨ ਵਾਲਿਆਂ ਦੀ। ਕਿ ਹਰ ਭੀਮ ਆਵ ਤੋ ਹੇਰੇ। ਤੇ ਉਹਨਾਂ ਨੇ ਵੇਖਿਆ ਹੈ ਕਿ ਬੜਾ ਭਿਆਨਕ ਸ਼ੇਰ ਆ ਰਿਹਾ। ਸ਼ੇਰ ਤੇ ਸਵਾਰੀ ਕੀਤੀ ਹੋਈ ਹੈ ਇੱਕ ਫਕੀਰ ਸੁੰਦਰ ਸ਼ਾਹ ਨੇ। ਭਾਜੇ ਲੋਕ ਜਾਏ ਪੁਰ ਬਰੇ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਜੋ ਫਕੀਰ ਸ਼ੇਰ ਦੀ ਸਵਾਰੀ ਕਰਕੇ ਆ ਰਿਹਾ, ਇਹ ਨਾ ਹੋਵੇ ਕਿ ਸ਼ੇਰ ਸਾਨੂੰ ਮਾਰ ਦੇਵੇ, ਇਸ ਲਈ ਡਰ ਦੇ ਮਾਰੇ ਆਪਣੇ ਨਗਰ ਵਿੱਚ ਜਾ ਪ੍ਰਵੇਸ਼ ਹੋਏ। ਬਿਧੀ ਚੰਦ ਇੱਕ ਥਿਰਤਾ ਧਰੇ। ਤੇ ਇੱਕ ਭਾਈ ਬਿਧੀ ਚੰਦ ਜੀ ਹੀ ਹਨ ਜਿਨ੍ਹਾਂ ਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ, ਨਾ ਕੋਈ ਬਹੁਤਾ ਤਾਕਤਵਰ ਕੋਈ ਜੋ ਜ਼ਾਲਮ ਸ਼ਸਤਰ ਧਾਰੀ ਭਾਈ ਬਿਧੀ ਚੰਦ ਜੀ ਨੂੰ ਪਹਿਲਾਂ ਡਰਾ ਸਕਿਆ, ਤੇ ਨਾ ਹੀ ਕੋਈ ਜਾਨਵਰ ਪਸ਼ੂ ਪੰਛੀ ਨੇ ਤਾਂ ਕੀ ਡਰਾਉਣਾ ਸੀ। ਸੋ ਐਸੇ ਪਸ਼ੂ ਦੇ ਕੋਲੋਂ, ਸ਼ੇਰ ਜਾਨਵਰ ਦੇ ਕੋਲੋਂ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੱਬਰ ਸ਼ੇਰ ਸੂਰਮਾ ਸਿੱਖ ਕਿਵੇਂ ਡਰ ਸਕਦਾ ਹੈ। ਇੱਕ ਭਾਈ ਬਿਧੀ ਚੰਦ ਸਾਹਿਬ ਜੀ ਹੀ ਬੈਠੇ ਰਹੇ ਹੈ। ਜਿਹੜੇ ਨਗਰ ਨਿਵਾਸੀ ਇਲਾਕੇ ਦੇ ਲੋਕ ਭਾਈ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸੀ, ਉਹ ਸਭ ਸ਼ੇਰ ਨੂੰ ਵੇਖ ਕੇ ਡਰ ਕੇ ਭੱਜ ਗਏ। ਸੁੰਦਰ ਸ਼ਾਹ ਨਿਕਟ ਜਬ ਆਇਓ। ਤੇ ਜਦੋਂ ਫਕੀਰ ਸੁੰਦਰ ਸ਼ਾਹ ਨੇੜੇ ਆਇਆ ਸ਼ੇਰ ਦੀ ਸਵਾਰੀ ਕਰਕੇ, ਨਿਜ ਕੇ ਹਰ ਤੇ ਚਹਿਤ ਗਹਾਇਓ। ਤੇ ਆਪਣੇ ਸ਼ੇਰ ਦੇ ਪਾਸੋਂ ਭਾਈ ਬਿਧੀ ਚੰਦ ਜੀ ਨੂੰ ਪਕੜਾਉਣਾ ਚਾਹੁੰਦਾ ਹੈ। ਤਬ ਵਿਧੀਏ ਚਖਤਾੜ ਬਿਲੋਕਾ। ਤੇ ਜਦੋਂ ਨੇੜੇ ਲਿਆਂਦਾ ਏ ਫਕੀਰ ਨੇ ਆਪਣਾ ਸ਼ੇਰ, ਤਾਂ ਭਾਈ ਬਿਧੀ ਚੰਦ ਜੀ ਨੇ ਆਪਣੇ ਨੇਤਰਾਂ ਨਾਲ ਤਾੜ ਕੇ ਸ਼ੇਰ ਵੱਲ ਵੇਖਿਆ ਹੈ। ਆਵਤ ਚੱਲਿਓ ਤੁਰਤ ਹੀ ਰੋਕਾ। ਤੇ ਜੋ ਤੁਰਿਆ ਆ ਰਿਹਾ ਨਾ ਸ਼ੇਰ, ਉਸੇ ਵਕਤ ਹੀ ਤਾੜ ਕੇ ਆਪਣੇ ਨੇਤਰਾਂ ਨਾਲ ਵੇਖ ਕਰਕੇ ਬਲ ਵਾਲੇ ਸ਼ੇਰ ਨੂੰ ਭਾਈ ਸਾਹਿਬ ਜੀ ਨੇ ਉੱਥੇ ਰੋਕ ਦਿੱਤਾ ਏ। ਭਇਓ ਸਥੰਭ ਸਿਲਾ ਸਮਸ਼ੇਰ। ਜਾਣੋ ਕਿ ਥੰਬ ਵਾਂਗ ਹੀ ਇੱਕ ਥਾਂ ਤੇ ਸਿਲਾ ਪੱਥਰ ਵਾਂਗ ਹੀ ਹੋ ਗਿਆ ਹੈ ਉਹ ਸ਼ੇਰ, ਜਿਹੜਾ ਬੜਾ ਤਗੜਾ ਆ ਰਿਹਾ ਸੀ, ਜਿਸ ਤੇ ਸਵਾਰੀ ਕਰਕੇ
ਫਕੀਰ ਸੁੰਦਰ ਸ਼ਾਹ ਆ ਰਿਹਾ ਹੈ। ਚਰਨ ਬਦਨ ਹਾਲਤ ਨਹਿ ਫੇਰ। ਤੇ ਮੂੰਹ ਤੇ ਪੈਰ ਉਹਦਾ ਕੋਈ ਵੀ ਹਿਲਦਾ ਨਹੀਂ, ਅੰਗ ਪ੍ਰਤੰਗ ਸ਼ੇਰ ਦਾ। ਨਿਜ ਅਜ਼ਮਤ ਕੋ ਸੁੰਦਰ ਸ਼ਾਹੂ। ਤੇ ਆਪਣੀ ਜੋ ਕਰਾਮਾਤ ਸੁੰਦਰ ਸ਼ਾਹ ਫਕੀਰ ਨੇ ਬਥੇਰੀ ਵਾਹ ਲਗਾਈ ਹੈ ਕਿ ਕਿਸੇ ਤਰ੍ਹਾਂ ਇਸ ਜੜ ਹੋਏ ਸ਼ੇਰ ਨੂੰ ਮੈਂ ਅੱਗੇ ਨੂੰ ਤੋਰਾਂ ਭਾਈ ਬਿਧੀ ਚੰਦ ਵੱਲ। ਲਾਏ ਰਹਿਓ ਜੇਤਕ ਸੀ ਪਾਹੂ। ਜਿੰਨੇ ਕੋ ਸ਼ਕਤੀ ਸਮਰੱਥਾ ਆਪਣੀ ਤਾਕਤ ਹੈ, ਫਕੀਰ ਸੁੰਦਰ ਸ਼ਾਹ ਲਾ ਲਗਾ ਕੇ ਹਾਰ ਗਿਆ। ਗਰਭ ਸਰਬ ਨਿਜ ਉਰ ਕੋਰ ਹਰਿਓ। ਤੇ ਨਾਲ ਹੀ ਜਿਵੇਂ ਕਿ ਸ਼ਕਤੀ ਵਸ ਕੋਈ ਨਹੀਂ ਆਪਣੇ ਚੱਲਿਆ, ਕੋਈ ਜਿੰਨੀ ਕੋ ਕਮਾਈ ਕੀਤੀ ਹੋਈ ਸੀ ਕੋਈ ਆਪਣਾ ਵਸ ਨਹੀਂ ਚੱਲ ਸਕਿਆ ਗੁਰੂ ਕੇ ਸਿੱਖ ਭਾਈ ਬਿਧੀ ਚੰਦ ਜੀ ਦੇ ਉੱਪਰ। ਤੇ ਜਿੰਨਾ ਸਾਰਾ ਹੰਕਾਰ ਸੀ ਆਪਣੀ ਕਮਾਈ ਦਾ ਕਰਾਮਾਤ ਦਾ ਸਭ ਨਾਸ ਹੋ ਗਿਆ ਫਕੀਰ ਸੁੰਦਰ ਸ਼ਾਹ ਦਾ। ਵੱਡੋ ਆਪਨੇ ਤੇ ਲਖ ਭਰਿਓ। ਮਨ ਵਿੱਚ ਜਾਣ ਲਿਆ ਹੰਕਾਰ ਨਾਸ ਹੋਏ ਤੇ ਕਿ ਮੈਂ ਤਾਂ ਛੋਟਾ ਹਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ। ਐਵੇਂ ਹੰਕਾਰ ਕਰੀ ਫਿਰਦਾ ਸੀ ਇਲਾਕੇ ਵਿੱਚ ਕਿ ਮੇਰੇ ਵਰਗਾ ਕੋਈ ਫਕੀਰ ਨਹੀਂ ਹੈ, ਮੇਰੇ ਵਰਗਾ ਜਾਹਰਾ ਕੋਈ ਪੀਰ ਨਹੀਂ ਹੈ। ਪਰ ਇਹ ਤਾਂ ਕੋਈ ਬਹੁਤ ਵੱਡੀ ਕਰਨੀ ਕਮਾਈ ਵਾਲਾ ਪੂਰੇ ਗੁਰੂ ਦਾ ਇਹ ਸੇਵਕ ਹੈ, ਇਹ ਮੇਰੇ ਤੋਂ ਬਹੁਤ ਵੱਡਾ ਹੈ। ਜਾਏ ਬੰਦਨਾ ਕੀਨ ਅਗਾਰੀ। ਜਾਏ ਬੰਦਨਾ ਕੀਨ ਅਗਾਰੀ। ਨਮਸਕਾਰ ਕੀਤੀ ਹੈ ਭਾਈ ਬਿਧੀ ਚੰਦ ਜੀ ਦੇ ਪਾਸ ਜਾ ਕੇ ਫਕੀਰ ਸੁੰਦਰ ਸ਼ਾਹ ਨੇ। ਮਹਾਂਪੁਰਖ ਤੁਮ ਹੋ ਤਪ ਭਾਰੀ। ਤੇ ਇਸ ਤਰ੍ਹਾਂ ਬੇਨਤੀ ਕਰਦਾ ਹੈ ਸੁੰਦਰ ਸ਼ਾਹ ਫਕੀਰ ਕਿ ਆਪ ਜੀ ਮਹਾਂਪੁਰਖ ਹੋ। ਮੈਂ ਤਾਂ ਸਮਝਿਆ ਸੀ ਕਿ ਮੈਂ ਬੜਾ ਤਪਸਵੀ ਹਾਂ, ਪਰ ਤੁਹਾਡੇ ਦਰਸ਼ਨ ਕਰਕੇ ਤੇ ਤੁਹਾਡਾ ਪ੍ਰਤਾਪ ਦੇਖ ਕੇ ਕਿ ਤੁਹਾਡੇ ਪ੍ਰਤਾਪ ਨਾਲ ਤਾਂ ਜੋ ਸ਼ੇਰ ਹੈ ਇਹ ਵੀ ਜੜ ਹੋ ਗਿਆ, ਹੁਣ ਹਿਲਦਾ ਜੁਲਦਾ ਨਹੀਂ ਹੈ। ਬਹੁਤ ਵੱਡੇ ਤੁਸੀਂ ਤਪਸਵੀ ਹੋ, ਮੈਨੂੰ ਲੱਗਦਾ ਕਿ ਬਹੁਤ ਤੁਸੀਂ ਤਪ ਕੀਤਾ ਹੈ। ਛਿਮਹੋ ਅਵਗਿਆ ਹਮ ਤੇ ਭਈ। ਮੈਥੋਂ ਜਿਹੜੀ ਭੁੱਲ ਹੋਈ ਹੈ ਤੁਹਾਡੇ ਵੱਲ ਚੜ੍ਹ ਕੇ ਆਉਣ ਦੀ, ਸ਼ੇਰ ਦੀ ਸਵਾਰੀ ਕਰਕੇ ਸ਼ੇਰ ਨੂੰ ਲਿਆ ਕੇ ਤੁਹਾਨੂੰ ਮੈਂ ਡਰਾਉਣਾ ਚਾਹਿਆ, ਕਿਰਪਾ ਕਰਕੇ ਮੈਨੂੰ ਤੁਸੀਂ ਇਸ ਭੁੱਲ ਦੀ ਮੁਆਫੀ ਦੇ ਦਿਓ, ਮੁਆਫ ਕਰ ਦਿਓ। ਕੇ ਹਰ ਕੋ ਅਬ ਦੇਹੋ ਮੁਕਤਈ। ਤੇ ਆ ਜੋ ਸ਼ੇਰ ਹੈ ਨਾ, ਇਸ ਨੂੰ ਕਿਰਪਾ ਕਰਕੇ ਤੁਸੀਂ ਮੁਕਤੀ ਦਾ ਦਾਨ ਬਖਸ਼ ਦਿਓ। ਤਬ ਵਿਦਿਆ ਕਹਿ ਜਤਨ ਗਹੀਰ। ਤੇ ਵੱਡਾ ਯਤਨ ਭਾਈ ਬਿਧੀ ਚੰਦ ਸਾਹਿਬ ਜੀ ਦੱਸਣ ਲੱਗੇ ਹਨ। ਸਤਨਾਮ ਕਹਿ ਸ਼ਿਰਕਹੁ ਨੀਰ। ਬਚਨ ਆਖਿਆ ਕਿ ਸਤਨਾਮ ਵਾਹਿਗੁਰੂ ਮੁਖ ਤੋਂ ਉਚਾਰਨ ਕਰਕੇ ਤੇ ਇਸ ਦੇ ਉੱਪਰ ਜਲ ਛਿੜਕ ਦਿਓ। ਸੁੰਦਰ ਸ਼ਾਹੋ ਕਰਿਓ ਜਬ ਕਹਿਓ। ਤੇ ਜੋ ਭਾਈ ਬਿਧੀ ਚੰਦ ਜੀ ਨੇ ਬਚਨ ਕਿਹਾ ਹੈ ਇਸੇ ਤਰ੍ਹਾਂ ਹੀ ਜਲ ਲੈ ਕੇ ਫਕੀਰ ਸੁੰਦਰ ਸ਼ਾਹ ਨੇ ਸਤਨਾਮ ਵਾਹਿਗੁਰੂ ਮੁਖ ਤੋਂ ਉਚਾਰਨ ਕਰਕੇ ਭਾਈ ਬਿਧੀ ਚੰਦ ਜੀ ਦੇ ਮੁਖ ਤੋਂ ਦੱਸਿਆ ਹੋਇਆ ਗੁਰੂ ਮਹਾਰਾਜ ਸਾਹਿਬ ਜੀ ਦਾ ਮੰਤਰ ਜਦੋਂ ਸੁੰਦਰ ਸ਼ਾਹ ਫਕੀਰ ਨੇ ਉਚਾਰ ਕੇ ਜਲ ਛਿੜਕਿਆ ਹੈ ਸ਼ੇਰ ਦੇ ਉੱਪਰ, ਪ੍ਰਾਨ ਅੰਤ ਕੇ ਹਰ ਤਬ ਲਹਿਓ। ਤਾਂ ਸ਼ੇਰ ਦੇ ਪ੍ਰਾਣਾਂ ਦਾ ਉਸੇ ਵਕਤ ਹੀ ਅੰਤ ਹੋ ਗਿਆ। ਅਪਰ ਦੇਹ ਸੁੰਦਰ ਹੋਏ ਗਈ। ਜਾਣੋ ਕਿ ਉਸ ਦਾ ਹੋਰ ਸਰੂਪ ਦਿਸਣ ਲੱਗ ਪਿਆ ਹੈ ਉਸੇ ਵੇਲੇ ਜੋ ਇਸ ਜਾਨਵਰ ਵਾਲੇ ਸਰੀਰ ਦੇ ਵਿੱਚੋਂ ਨਿਕਲ ਕਰਕੇ। ਬਿਧੀ ਚੰਦ ਕੋ ਬੰਧਨ ਕਈ। ਤੇ ਬੰਧਨ ਨਮਸਕਾਰ ਕੀਤੀ ਹੈ ਫਿਰ ਭਾਈ ਬਿਧੀ ਚੰਦ ਜੀ ਨੂੰ। ਉਸ ਸ਼ੇਰ ਦੀ ਰੂਹ ਆਤਮਾ ਨੇ ਜੋ ਹੋਰ ਸੁੰਦਰ ਸਰੂਪ ਉਸ ਦਾ ਪ੍ਰਗਟ ਹੋਇਆ ਹੈ, ਉਸ ਵੱਲੋਂ ਭਾਈ ਬਿਧੀ ਚੰਦ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਇਸ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਭਾਈ ਬਿਧੀ ਚੰਦ ਜੀ ਨੇ ਜੋ ਸਤਨਾਮ ਵਾਹਿਗੁਰੂ ਮੰਤਰ ਦਾ ਉਚਾਰਨ ਕਰਵਾ ਕੇ ਸ਼ੇਰ ਦੀ ਕਲਿਆਣ ਕੀਤੀ ਹੈ। ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ
ਆਪਣੇ ਸਿੱਖਾਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ। ਜਿਨ੍ਹਾਂ ਨੇ ਸੇਵਾ ਕੀਤੀ ਹੈ, ਭਾਈ ਬਿਧੀ ਚੰਦ ਜੀ ਨੇ ਮਹਾਨ ਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਜਿਸ ਕਰਕੇ ਹੋਰਨਾਂ ਦੀ ਕਲਿਆਣ ਕਰਨ ਦੇ ਵੀ ਸਮਰੱਥ ਹੋਏ। ਇਉਂ ਸੁੰਦਰ ਸ਼ਾਹ ਫਕੀਰ ਦਾ ਹੰਕਾਰ ਦੂਰ ਹੋਇਆ। ਭਾਈ ਬਿਧੀ ਚੰਦ ਜੀ ਦੀ ਸ਼ਰਨ ਵਿੱਚ ਸੁੰਦਰ ਸ਼ਾਹ ਫਕੀਰ ਵੀ ਪਿਆ। ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਜਿਵੇਂ ਸੁੰਦਰ ਸ਼ਾਹ ਫਕੀਰ ਦੇ ਨਾਲ ਫਿਰ ਬਚਨ ਵਿਲਾਸ ਹੁੰਦੇ ਆ। ਫਕੀਰ ਸੁੰਦਰ ਸ਼ਾਹ ਮਾਫੀਆਂ ਮੰਗਦਾ ਹੈ ਔਰ ਸ਼ਰਨ ਵਿੱਚ ਪੈਂਦਾ ਹੈ। ਫਿਰ ਜੋ ਗੱਲਬਾਤ ਦੌਰਾਨ ਭਾਈ ਬਿਧੀ ਚੰਦ ਜੀ ਨੇ ਆਖਿਆ ਕਿ ਤੇਰਾ ਅਤੇ ਮੇਰਾ ਜੋ ਪ੍ਰਾਣਾਂ ਦਾ ਅੰਤ ਸਮਾਂ ਇਕੱਠਿਆਂ ਦਾ ਹੀ ਹੈ, ਕਿਉਂਕਿ ਬੇਨਤੀ ਫਕੀਰ ਸੁੰਦਰ ਸ਼ਾਹ ਨੇ ਕੀਤੀ ਕਿ ਅੰਤ ਵੇਲੇ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣੇ। ਤਾਂ ਭਾਈ ਬਿਧੀ ਚੰਦ ਜੀ ਨੇ ਆਖਿਆ ਕਿ ਇਸ ਪ੍ਰਕਾਰ ਜਦੋਂ ਸਾਡਾ ਅੰਤ ਸਮਾਂ ਹੋਵੇਗਾ, ਤੇਰੇ ਕੋਲ ਅਸੀਂ ਆਵਾਂਗੇ, ਇਕੱਠੇ ਹੀ ਸਰੀਰ ਤਿਆਗਾਂਗੇ। ਇਹ ਪ੍ਰਸੰਗ ਅਗਲੇ ਪ੍ਰਸੰਗ ਦੇ ਵਿੱਚ ਸਰਵਣ ਕਰਨਾ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਖਿਮਾ ਤੇ ਸਮਤ ਬਖਸ਼ਿਸ਼ਹਾਰ ਹੋ। ਅੱਗੇ ਵਾਸਤੇ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨੀ ਜੀ। ਸੁੰਦਰ ਸ਼ਾਹੋ ਕਰਿਓ ਜਬ ਕਹਿਓ, ਪ੍ਰਾਨ ਅੰਤ ਕੇ ਹਰ ਤਬ ਲਹਿਓ। ਅਪਰ ਦੇਹ ਸੁੰਦਰ ਹੋਏ ਗਈ, ਬਿਧੀ ਚੰਦ ਕੋ ਬੰਧਨ ਕਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।